ਇਹ ਵੀਡੀਓ 6ਵੀਂ ਜਮਾਤ ਦੇ ਪੰਜਾਬੀ ਦੂਜੀ ਭਾਸ਼ਾ ਦੇ ਵਿਦਿਆਰਥੀਆਂ ਲਈ ਹੈ। ਇਸ ਵੀਡੀਓ ਵਿੱਚ ਅਸੀਂ 6ਵੇਂ ਪਾਠ ਟੈਲੀਫੋਨ, ਜੋ ਕਿ ਇੱਕ ਲੇਖ ਹੈ, ਨੂੰ ਪੜ੍ਹਾਂਗੇ, ਸਮਝਾਂਗੇ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਇਹ 6ਵੀਂ ਜਮਾਤ ਦੀ ਪੰਜਾਬੀ ਦੂਜੀ ਭਾਸ਼ਾ ਦੀ ਪਾਠ ਪੁਸਤਕ ਹੈ, ਪੰਜਾਬੀ ਪੁਸਤਕ 6, ਜਿਸ ਵਿੱਚ ਕੁੱਲ 19 ਪਾਠ ਹਨ। ਇਹਨਾਂ ਵਿੱਚੋਂ ਅੱਜ ਅਸੀਂ 6ਵੇਂ ਪਾਠ ਟੈਲੀਫੋਨ, ਜੋ ਕਿ ਇੱਕ ਲੇਖ ਹੈ ਡਾਕਟਰ ਹਰਦਿੱਤ ਸਿੰਘ ਸੁਤੰਤਰ ਦੁਆਰਾ ਲਿਖਿਆ ਹੋਇਆ, ਨੂੰ ਪੜ੍ਹਾਂਗੇ, ਸਮਝਾਂਗੇ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਾਂਗੇ। ਆਓ ਸ਼ੁਰੂ ਕਰਦੇ ਹਾਂ। ਪਾਠ 6 ਟੈਲੀਫੋਨ। ਟੈਲੀਫੋਨ ਦੀ ਕਹਾਣੀ ਵੀ ਅਜੀਬ ਹੈ। ਦੂਰ ਬੈਠ ਕੇ ਇੱਕ ਦੂਜੇ ਨਾਲ ਗੱਲ ਕਰ ਸਕਣੀ ਮਨੁੱਖ ਦੀ ਬੜੀ ਪੁਰਾਣੀ ਖਾਹਿਸ਼ ਸੀ। ਅਸੀਂ ਕਈ ਵਾਰ ਵੇਖਿਆ ਹੈ ਕਿ ਦੋ ਬੱਚੇ ਤੀਲੀਆਂ ਦੀਆਂ ਖਾਲੀ ਡੱਬੀਆਂ ਲੈ ਕੇ ਉਹਨਾਂ ਨੂੰ ਪੇਚਕ ਦੇ ਲੰਮੇ ਧਾਗੇ ਨਾਲ ਜੋੜ ਲੈਂਦੇ ਹਨ ਤੇ ਫਿਰ ਉਹ ਦੋ ਸਿਰਿਆਂ ਤੇ ਬੈਠ ਕੇ ਇਸ ਰਾਹੀਂ ਗੱਲਾਂ ਕਰਦੇ ਹਨ। ਸੋ ਲੇਖਕ ਕੀ ਕਹਿ ਰਿਹਾ ਕਿ ਟੈਲੀਫੋਨ ਦੀ ਜੋ ਕਹਾਣੀ ਹੈ ਬੜੀ ਅਲੱਗ ਤਰ੍ਹਾਂ ਦੀ ਹੈ, ਬੜੀ ਅਜੀਬੋ-ਗਰੀਬ ਹੈ। ਕਿਉਂ? ਕਿਉਂਕਿ ਮਨੁੱਖ ਦੀ ਸ਼ੁਰੂ ਤੋਂ ਇਹ ਖਾਹਿਸ਼ ਰਹੀ ਹੈ ਕਿ ਦੂਰ ਬੈਠ ਕੇ ਇੱਕ ਦੂਜੇ ਨਾਲ ਉਹ ਗੱਲ ਕਰ ਸਕੇ। ਬੱਚਿਆਂ ਦੀਆਂ ਜਿਹੜੀਆਂ ਖੇਡਾਂ ਵੀ ਸੀ ਪੁਰਾਣੇ ਸਮੇਂ ਦੇ ਵਿੱਚ, ਖਾਲੀ ਡੱਬੀਆਂ ਲੈ ਕੇ ਉਹਨੂੰ ਧਾਗੇ ਨਾਲ ਜੋੜ ਕੇ, ਜਿਵੇਂ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ, ਤੇ ਉਹ ਇੱਕ ਦੋ ਸਿਰੇ ਤੇ ਬੈਠ ਕੇ ਆਪਸ 'ਚ ਗੱਲਾਂ ਕਰਦੇ ਸੀ। ਤੀਲੀਆਂ ਦੀਆਂ ਡੱਬੀਆਂ ਲੈ ਲੈਂਦੇ ਸੀ, ਜਾਂ ਖਾਲੀ ਕੱਪ ਲੈ ਲੈਂਦੇ ਸੀ, ਜਾਂ ਗੱਤੇ ਦੇ ਕੋਈ ਹੋਰ ਪੀਸ ਲੈ ਲੈਂਦੇ ਸੀ। ਟੈਲੀਫੋਨ ਦਾ ਜਨਮਦਾਤਾ ਗ੍ਰਾਹਮ ਬੈਲ ਤੇ ਉਸ ਦਾ ਭਰਾ ਵੀ ਅਜਿਹੀਆਂ ਖੇਡਾਂ ਖੇਡਿਆ ਕਰਦੇ ਸਨ। ਉਹਨਾਂ ਨੇ ਇਹਨਾਂ ਖੇਡਾਂ ਵਿੱਚ ਹੀ ਇੱਕ ਅਜਿਹਾ ਖੋਪਰੀਨੁਮਾ ਡੱਬਾ ਜਿਹਾ ਬਣਾ ਲਿਆ, ਜਿਸ ਦਾ ਨਾਂ ਉਹਨਾਂ ਨੇ ਬੋਲਣ ਵਾਲਾ ਸਿਰ ਰੱਖਿਆ। ਉਹ ਖੇਡ ਦੇ ਵਿੱਚ ਹੀ ਉਹਨਾਂ ਨੇ ਇੱਕ ਖੋਪਰੀਨੁਮਾ ਡੱਬਾ ਬਣਾ ਲਿਆ ਤੇ ਉਹਦਾ ਨਾਂ ਰੱਖਤਾ ਬੋਲਣ ਵਾਲਾ ਸਿਰ। ਜਦੋਂ ਗ੍ਰਾਹਮ ਦਾ ਭਰਾ ਮੈਲਵਿਲ ਉਸ ਬੋਲਣ ਵਾਲੇ ਸਿਰ ਦੇ ਜਬਾੜੇ ਨੂੰ ਹਿਲਾ ਕੇ ਸਾਹ ਲੈਣ ਵਾਲੀ ਨਾਲੀ ਵਿੱਚ ਫੂਕਾਂ ਮਾਰਦਾ ਸੀ, ਤਾਂ ਉਸ ਖੋਪਰੀ ਵਿੱਚੋਂ ਸ਼ਬਦ ਨਿਕਲਦਾ ਸੀ, ਜਿਸ ਨੂੰ ਸੁਣ ਕੇ ਸਾਰੇ ਬੱਚੇ ਹੱਸਦੇ ਸਨ। ਇਸ ਤਰ੍ਹਾਂ ਉਹਨਾਂ ਨੇ ਆਪਣੇ ਸਿਖਾਏ ਹੋਏ ਸ਼ਿਕਾਰੀ ਕੁੱਤੇ ਨਾਲ ਵੀ ਕਈ ਤਜਰਬੇ ਕੀਤੇ। ਉਹ ਕੁੱਤੇ ਦੇ ਮੂੰਹ ਨੂੰ ਕੁਝ ਇਸ ਤਰ੍ਹਾਂ ਦਬਾਉਂਦੇ ਸਨ ਕਿ ਉਸ ਦੇ ਮੂੰਹ ਵਿੱਚੋਂ ਨਿਕਲੀ ਆਵਾਜ਼ ਮਨੁੱਖੀ ਬੋਲਾਂ ਵਾਂਗ ਲੱਗਦੀ ਸੀ। ਸੋ ਆਪਣੇ ਜਿਹੜਾ ਉਹਨਾਂ ਨੇ ਇੱਕ ਕੁੱਤਾ ਪਾਲਿਆ ਹੋਇਆ ਸੀ ਸ਼ਿਕਾਰੀ, ਉਹਦੇ ਨਾਲ ਵੀ ਉਹ ਕਈ ਤਰ੍ਹਾਂ ਦੇ ਤਜਰਬੇ ਕਰਦੇ ਸਨ। ਗ੍ਰਾਹਮ ਬੈਲ ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ। ਪਹਿਲਾਂ ਉਸ ਨੂੰ ਇੱਕ ਅਜਿਹੀ ਮਸ਼ੀਨ ਬਣਾਉਣ ਦਾ ਵਿਚਾਰ ਫੁਰਿਆ, ਜਿਸ ਨਾਲ ਬੋਲਣਾ ਸਿਖਾਉਣ ਵਿੱਚ ਸੌਖ ਹੋਵੇ। ਓਕੇ, ਗ੍ਰਾਹਮ ਬੈਲ ਦੇ ਵਿੱਚ ਇਹ ਇੱਕ ਸੁਭਾਵਿਕ ਰੁਚੀ ਸੀ ਕਿ ਉਹ ਤਰ੍ਹਾਂ ਤਰ੍ਹਾਂ ਦੀਆਂ ਕਾਢਾਂ ਕੱਢਣ ਦਾ ਸ਼ੌਕੀਨ ਸੀ। ਤੇ ਪਹਿਲਾਂ ਜੋ ਉਸ ਨੂੰ ਵਿਚਾਰ ਆਇਆ ਕਿ ਇੱਕ ਅਜਿਹੀ ਮਸ਼ੀਨ ਬਣਾਈ ਜਾਵੇ ਜੋ ਬੋਲਣਾ ਸਿਖਾਉਣ ਵਿੱਚ ਮਦਦਗਾਰ ਹੋਵੇ, ਉਸ ਦੇ ਵਿੱਚ ਸੌਖ ਕਰੇ। ਇਸ ਦੀ ਖੋਜ ਕਰਦਿਆਂ ਉਸਨੇ ਇੱਕ ਅਜਿਹਾ ਯੰਤਰ ਬਣਾਇਆ ਜਿਸ ਨਾਲ ਕਈ ਤਾਰ ਸੁਨੇਹੇ ਇਕੱਠੇ ਭੇਜੇ ਜਾ ਸਕਦੇ ਸਨ। ਇਸ ਤਰ੍ਹਾਂ ਉਸਨੇ ਇਸ ਨੂੰ ਹਾਰਮੋਨਿਕ ਟੈਲੀਗ੍ਰਾਫ ਦਾ ਨਾਂ ਦਿੱਤਾ। ਤਸਵੀਰਾਂ ਦੇ ਵਿੱਚ ਵੀ ਤੁਹਾਨੂੰ ਨਜ਼ਰ ਆ ਰਹੇ ਇਸ ਕਿਸਮ ਦੇ ਯੰਤਰ। ਸੋ ਉਸਨੇ ਜਿਹੜਾ ਯੰਤਰ ਬਣਾਇਆ ਕਿ ਕਈ ਤਾਰ ਸੁਨੇਹੇ ਇਕੱਠੇ ਭੇਜੇ ਜਾ ਸਕਦੇ ਸੀ, ਉਹਦਾ ਉਹਨੇ ਨਾਂ ਰੱਖਿਆ ਹਾਰਮੋਨਿਕ ਟੈਲੀਗ੍ਰਾਫ। ਗ੍ਰਾਹਮ ਤੋਂ 25 ਸਾਲ ਪਹਿਲਾਂ ਮੌਰਿਸ ਨੇ ਤਾਰ ਪ੍ਰਣਾਲੀ ਚਾਲੂ ਕੀਤੀ ਸੀ। ਅਨੇਕ ਕਾਢਕਾਰ ਬੋਲਣ ਵਾਲੇ ਯੰਤਰ ਦੀ ਕਾਢ ਵਿੱਚ ਲੱਗੇ ਹੋਏ ਸਨ। ਗ੍ਰਾਹਮ ਨੂੰ ਇਹੋ ਚਿੰਤਾ ਸੀ ਕਿ ਇਸ ਤਰ੍ਹਾਂ ਦਾ ਯੰਤਰ ਕੋਈ ਹੋਰ ਉਸ ਤੋਂ ਪਹਿਲਾਂ ਨਾ ਬਣਾ ਲਵੇ। ਸੋ ਉਸ ਸਮੇਂ ਕਿਉਂਕਿ ਤਾਰ ਪ੍ਰਣਾਲੀ ਗ੍ਰਾਹਮ ਤੋਂ 25 ਸਾਲ ਪਹਿਲਾਂ ਮੌਰਿਸ ਨੇ ਸ਼ੁਰੂ ਕਰ ਦਿੱਤੀ ਸੀ, ਸੋ ਜਿਹੜੇ ਹੋਰ ਬਹੁਤ ਵਿਗਿਆਨਿਕ ਸੀ ਉਹ ਇਸ ਕਿਸਮ ਦੇ ਯੰਤਰ ਦੀ ਕਾਢ ਦੇ ਵਿੱਚ ਲੱਗੇ ਹੋਏ ਸੀ ਕਿ ਅਜਿਹਾ ਯੰਤਰ ਬਣਾਇਆ ਜਾਵੇ ਜੋ ਬੋਲਣ ਵਾਲਾ ਹੋਵੇ, ਭਾਵ ਜਿਸ ਦੇ ਵਿੱਚੋਂ
ਬੋਲ ਸੁਣੇ ਜਾ ਸਕਣ। ਤੇ ਗ੍ਰਾਹਮ ਨੂੰ ਇਹ ਚਿੰਤਾ ਸੀ ਕਿ ਉਸ ਤੋਂ ਪਹਿਲਾਂ ਨਾ ਕੋਈ ਬਣਾ ਲਵੇ। ਗ੍ਰਾਹਮ ਬੈਲ ਨੇ ਆਪਣੇ ਇੱਕ ਮਕੈਨਿਕ ਦੋਸਤ ਥਾਮਸ ਏ ਵਾਟਸਨ ਨਾਲ ਰਲ ਕੇ ਪਹਿਲਾ ਟੈਲੀਫੋਨ ਯੰਤਰ ਬਣਾ ਲਿਆ। ਉਹਨਾਂ ਨੇ ਜੋ ਪਹਿਲਾ ਯੰਤਰ ਬਣਾਇਆ ਉਸ ਵਿੱਚ ਤਾਰ ਰਾਹੀਂ ਬਿਜਲੀ ਭੇਜ ਕੇ ਆਵਾਜ਼ ਦੀਆਂ ਧੁਨੀਆਂ ਪੈਦਾ ਕੀਤੀਆਂ ਜਾਂਦੀਆਂ ਸਨ ਤੇ ਟਰਾਂਸਮੀਟਰ ਲਈ ਇੱਕੋ ਡਾਇਆਫ੍ਰਾਮ ਸੀ। 3 ਮਾਰਚ 1876 ਨੂੰ ਇਸ ਦੀ ਪਹਿਲੀ ਪ੍ਰਦਰਸ਼ਨੀ ਕੀਤੀ ਗਈ। ਗ੍ਰਾਹਮ ਬੈਲ ਨੇ ਆਪਣੇ ਸੌਣ ਵਾਲੇ ਕਮਰੇ ਵਿੱਚੋਂ ਵਾਟਸਨ ਨੂੰ ਇਹ ਸੁਨੇਹਾ ਯੰਤਰ ਰਾਹੀਂ ਭੇਜਿਆ, ਵਾਟਸਨ ਛੇਤੀ ਆਓ, ਇੱਥੇ ਤੁਹਾਡੀ ਲੋੜ ਹੈ। ਸੋ 1876 ਦੇ ਵਿੱਚ ਪਹਿਲੀ ਪ੍ਰਦਰਸ਼ਨੀ ਜੋ ਹੈ 3 ਮਾਰਚ 1876 ਨੂੰ ਇਹਦੀ ਕੀਤੀ ਗਈ, ਕਿਉਂਕਿ ਉਹਨੇ ਜਿਹੜਾ ਟਰਾਂਸਮੀਟਰ ਲਈ ਯੰਤਰ ਇੱਕੋ ਯੰਤਰ ਸੀ ਡਾਇਆਫ੍ਰੇਮ, ਤੇ ਉਹ ਜੋ ਉਹਨਾਂ ਨੇ ਖੋਜ ਕੀਤੀ ਉਹਦੇ ਵਿੱਚ ਜੋ ਪਹਿਲਾ ਯੰਤਰ ਬਣਾਇਆ ਉਸ ਵਿੱਚ ਉਹ ਤਾਰ ਰਾਹੀਂ ਬਿਜਲੀ ਭੇਜ ਕੇ ਆਵਾਜ਼ ਦੀਆਂ ਧੁਨੀਆਂ ਪੈਦਾ ਕਰਦੇ ਸੀ। ਇਹ ਘਟਨਾ ਅੱਜ ਅਮਰੀਕੀ ਲੋਕਾਂ ਵਿੱਚ ਦੰਦ ਕਥਾ ਬਣ ਗਈ ਹੈ। ਇਸ ਯੰਤਰ ਦੀ ਦੂਜੀ ਪ੍ਰਦਰਸ਼ਨੀ ਗ੍ਰਾਹਮ ਬੈਲ ਨੇ ਫਿਲਾਡੈਲਫੀਆ ਸ਼ਤਾਬਦੀ ਦੇ ਇੱਕ ਸਮਾਰੋਹ ਵਿੱਚ 1876 ਈਸਵੀ ਵਿੱਚ ਹੀ ਕਰ ਦਿੱਤੀ ਸੀ। ਇਸ ਪਿੱਛੋਂ 1876 ਈਸਵੀ ਵਿੱਚ ਬੈਲ ਟੈਲੀਫੋਨ ਪ੍ਰਣਾਲੀ ਦੀ ਬਕਾਇਦਾ ਸਥਾਪਨਾ ਕਰ ਦਿੱਤੀ ਗਈ। ਗ੍ਰਾਹਮ ਬੈਲ ਨੇ ਅਮਰੀਕਾ ਦੀ ਇਸ ਟੈਲੀਫੋਨ ਪ੍ਰਣਾਲੀ ਦਾ ਨਾਂ ਆਪਣੇ ਨਾਂ 'ਤੇ ਰੱਖਿਆ ਤੇ ਬੈਲ ਘੰਟੀ ਇਸ ਦਾ ਚਿੰਨ੍ਹ ਬਣ ਗਿਆ। ਸੋ ਜਿਹੜੀ 1876 ਦੇ ਵਿੱਚ ਬੈਲ ਟੈਲੀਫੋਨ ਪ੍ਰਣਾਲੀ ਬਕਾਇਦਾ ਸ਼ੁਰੂ ਹੋਈ ਅਮਰੀਕਾ ਦੇ ਵਿੱਚ, ਸੋ ਉਸ ਟੈਲੀਫੋਨ ਪ੍ਰਣਾਲੀ ਦਾ ਨਾਂ ਜੋ ਹੈ ਗ੍ਰਾਹਮ ਬੈਲ ਨੇ ਆਪਣੇ ਨਾਂ ਬੈਲ, ਜਿਹਨੂੰ ਘੰਟੀ ਜਿਹਦਾ ਚਿੰਨ੍ਹ ਬਣਾਇਆ ਗਿਆ, ਉਹਦੇ 'ਤੇ ਰੱਖਿਆ। ਟੈਲੀਫੋਨ ਦੀ ਹੁਣ ਦੀ ਸ਼ਕਲ ਬਣਾਉਣ ਵਿੱਚ ਕਈ ਵਿਗਿਆਨਕਾਂ ਨੇ ਕੰਮ ਕੀਤਾ। ਬੈਲ ਨੇ ਇਸ ਯੰਤਰ ਨੂੰ ਮੁਕੰਮਲ ਕਰਨ ਪਿੱਛੋਂ ਯਤਨ ਨਹੀਂ ਕੀਤੇ ਤੇ ਉਹ ਹੋਰ ਕਾਢਾਂ ਵੱਲ ਲੱਗ ਗਿਆ। ਉਹ ਬਚਪਨ ਵਿੱਚ ਚੰਚਲ ਸੁਭਾਅ ਦਾ ਸੀ ਤੇ ਕਈ ਨਵੀਆਂ ਖੋਜਾਂ ਵੱਲ ਝੁਕਿਆ। ਟੈਲੀਫੋਨ ਦੀ ਇਸ ਕਾਢ ਬਦਲੇ ਵੀ ਉਸਨੂੰ ਕਾਫੀ ਇਨਾਮ ਮਿਲੇ। ਉਸਨੂੰ ਫਰਾਂਸੀਸੀ ਸਰਕਾਰ ਵੱਲੋਂ 50 ਫਰਾਂਕ ਦਾ ਵੋਲਟਾ ਇਨਾਮ ਮਿਲਿਆ। ਸੋ ਉਹਨੇ ਇੱਕ ਵਾਰ ਖੋਜ ਕੀਤੀ, ਕਿਉਂਕਿ ਉਹਨੂੰ ਹੋਰ ਕਾਢਾਂ ਕੱਢਣ ਦੀ ਬੜੀ ਜਿਹਨੂੰ ਕਹਿੰਦੇ ਰੁਚੀ ਸੀ, ਤਾਂ ਉਹ ਹੋਰ ਕਾਢਾਂ ਦੇ ਵਿੱਚ ਲੱਗ ਗਿਆ। ਟੈਲੀਫੋਨ ਦੀ ਕਾਢ ਬਦਲੇ ਉਸਨੂੰ ਕਾਫੀ ਇਨਾਮ ਮਿਲੇ। ਫਰਾਂਸੀਸੀ ਸਰਕਾਰ ਨੇ 50 ਫਰਾਂਕ ਦਾ ਵੋਲਟਾ ਇਨਾਮ ਉਸਨੂੰ ਦਿੱਤਾ। ਅੱਜ ਟੈਲੀਫੋਨ ਰਾਹੀਂ ਸਾਰਾ ਸੰਸਾਰ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਧਰਤੀ ਉੱਪਰ ਤੇ ਪਾਣੀ ਹੇਠਾਂ ਵਿਛੀਆਂ ਤਾਰਾਂ ਤੇ ਕੇਬਲਾਂ ਰਾਹੀਂ ਅਸੀਂ ਦੂਰ ਬੈਠੇ ਮਿੱਤਰਾਂ ਨਾਲ ਸੰਪਰਕ ਕਾਇਮ ਕਰਕੇ ਗੱਲਾਂ ਕਰ ਸਕਦੇ ਹਾਂ। ਇਹ ਕਰਾਮਾਤ ਗ੍ਰਾਹਮ ਬੈਲ ਵਰਗੇ ਖੋਜੀਆਂ ਦੀ ਹੀ ਹੈ। ਅੱਜ ਟੈਲੀਫੋਨ ਚੁੰਬਕ ਰਾਹੀਂ ਕੰਮ ਕਰਦਾ ਹੈ ਤੇ ਇਸ ਕਰਾਮਾਤੀ ਕਾਢ ਨੇ ਸਮੇਂ ਤੇ ਸਥਾਨ ਦੀ ਵਿੱਥ ਘਟਾ ਦਿੱਤੀ ਹੈ। ਗ੍ਰਾਹਮ ਬੈਲ 1898 ਤੋਂ 1903 ਤੱਕ ਨੈਸ਼ਨਲ ਜਿਓਗ੍ਰਾਫੀ ਸੁਸਾਇਟੀ ਦਾ ਪ੍ਰਧਾਨ ਬਣਿਆ ਰਿਹਾ। ਇਸ ਤਰ੍ਹਾਂ ਉਹ ਕਈ ਕੌਮਾਂਤਰੀ ਵਿਗਿਆਨਕ ਸਭਾਵਾਂ ਦਾ ਪ੍ਰਤੀਨਿਧ ਵੀ ਰਿਹਾ। ਉਸ ਦਾ ਘਰ ਸੰਸਾਰ ਦੇ ਵਿਗਿਆਨੀਆਂ ਦਾ ਵਿਸ਼ਰਾਮ ਘਰ ਬਣਿਆ ਰਿਹਾ। ਸੰਸਾਰ ਭਰ ਦੇ ਸਾਇੰਸਦਾਨ, ਖੋਜੀ ਉਸ ਨੂੰ ਮਿਲਣ ਆਉਂਦੇ ਤੇ ਵਿਚਾਰ ਵਟਾਂਦਰਾ ਕਰਦੇ ਸਨ। ਆਪਣੀ ਉਮਰ ਦੇ ਆਖਰੀ ਦਿਨਾਂ ਤੱਕ ਉਹ ਨਵੀਆਂ ਖੋਜਾਂ ਵਿੱਚ ਲੱਗਿਆ ਰਿਹਾ। ਸੋ ਉਹ ਅੰਤ ਤੱਕ ਆਰਾਮ ਨਾਲ ਨਹੀਂ ਬੈਠਿਆ, ਖੋਜਾਂ ਦੇ ਵਿੱਚ ਲੱਗਿਆ ਰਿਹਾ ਤੇ ਬਹੁਤ ਸਾਰੇ ਸੰਸਾਰ ਭਰ ਦੇ ਸਾਇੰਸਦਾਨ, ਖੋਜੀ ਉਸ ਨਾਲ ਵਿਚਾਰ ਵਟਾਂਦਰਾ ਕਰਦੇ, ਉਸ ਨੂੰ ਮਿਲਣ ਆਉਂਦੇ, ਉਸ ਨਾਲ ਗੱਲਬਾਤ ਕਰਦੇ। ਉਹ ਅਕਸਰ ਸਕੂਲਾਂ ਕਾਲਜਾਂ ਵਿੱਚ ਭਾਸ਼ਣ ਦੇਣ ਜਾਂਦਾ। ਉਸਨੇ ਕਈ ਵਾਰ ਵਿਦਿਆਰਥੀਆਂ ਦੇ ਜਲਸੇ ਵਿੱਚ ਭਾਸ਼ਣ ਦਿੰਦਿਆਂ ਕਿਹਾ ਸੀ ਕਿ ਸਕੂਲਾਂ ਕਾਲਜਾਂ ਦੇ ਵਿੱਚ ਅਕਸਰ ਉਹ ਭਾਸ਼ਣ ਦੇਣ ਜਾਂਦਾ ਸੀ ਤੇ ਭਾਸ਼ਣ ਦੇ ਦੌਰਾਨ ਉਸਨੇ ਕਿਹਾ ਸੀ, ਕੀ ਕਿਹਾ ਸੀ? ਮੈਂ ਇਹ ਨਹੀਂ ਕਹਿ ਸਕਦਾ ਕਿ ਸਭ ਮੱਛੀਆਂ ਜ਼ਰੂਰ ਬੋਲਣਾ ਜਾਣਦੀਆਂ ਹਨ। ਜੇ ਮੇਰੇ ਕੋਲ ਸੁਣਨ ਲਈ ਕੋਈ ਗੱਲ ਨਹੀਂ ਤਾਂ ਉਹਨਾਂ ਕੋਲ ਕੰਨ ਕਿਉਂ ਹਨ? ਪਰ ਇਸ ਦਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਮੁੰਦਰ ਦੀਆਂ ਲਹਿਰਾਂ ਦੇ ਹੇਠਾਂ
ਆਵਾਜ਼ ਦਾ ਸੰਸਾਰ ਲੁਕਿਆ ਪਿਆ ਹੈ ਜਿਸ ਨੂੰ ਅਸਾਂ ਖੋਜਣਾ ਹੈ। ਸ਼ਾਇਦ ਤੁਹਾਡੇ ਵਿੱਚੋਂ ਕੋਈ ਖੋਜ ਲਵੇ। ਸੋ ਇਹ ਸ਼ਬਦ ਉਸਨੇ ਭਾਸ਼ਣ ਦੇ ਦੌਰਾਨ ਕਹੇ ਕਿ ਸਮੁੰਦਰ ਦੇ ਹੇਠਾਂ ਵੀ ਆਵਾਜ਼ਾਂ ਹਨ, ਉਸ ਨੂੰ ਖੋਜਿਆ ਜਾਣਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਉਸਨੇ ਉਤਸ਼ਾਹਿਤ ਕੀਤਾ ਕਿ ਸ਼ਾਇਦ ਤੁਹਾਡੇ ਚੋਂ ਕੋਈ ਇਸ ਨੂੰ ਖੋਜੇ। ਕੋਈ ਵੀ ਆਦਮੀ ਭਾਵੇਂ ਕਿੰਨਾ ਹੀ ਪੜ੍ਹਿਆ ਲਿਖਿਆ ਹੋਵੇ, ਉਹ ਵਿਚਾਰਾਂ ਦੀ ਮੌਲਿਕਤਾ ਬਾਝੋਂ ਕੋਈ ਖੋਜ ਨਹੀਂ ਕਰ ਸਕਦਾ। ਅੱਜ ਜੋ ਕੁਝ ਵੀ ਉਸਨੇ ਲੱਭਿਆ ਹੈ ਤੇ ਜਿਸ ਨਾਲ ਮਨੁੱਖ ਜਾਤੀ ਨੂੰ ਲਾਭ ਪਹੁੰਚਿਆ ਹੈ, ਸਾਰਾ ਕੁਝ ਇਹਨਾਂ ਮੌਲਿਕ ਵਿਚਾਰਾਂ ਵਾਲੇ ਉਦਮੀ ਬੰਦਿਆਂ ਦੇ ਸਦਕਾ ਹੀ ਹੈ। ਸੋ ਮੌਲਿਕ ਵਿਚਾਰਾਂ ਵਾਲੇ ਜਿਹੜੇ ਉਦਮੀ ਬੰਦੇ, ਉਹਨਾਂ ਦੇ ਸਦਕਾ ਹੀ ਮਨੁੱਖ ਜਾਤੀ ਨੂੰ ਜਿਹੜਾ ਇੰਨਾ ਲਾਭ ਮਿਲਿਆ ਹੈ। ਸੋ ਇਹ ਹੈ ਪਾਠ ਟੈਲੀਫੋਨ, ਜਿਸ ਨੂੰ ਅਸੀਂ ਪੜ੍ਹਿਆ ਤੇ ਸਮਝਿਆ। ਹੁਣ ਇਸ ਦੇ ਪਾਠ ਅਭਿਆਸ ਵੱਲ ਵੱਧਦੇ ਹਾਂ। ਪਾਠ ਅਭਿਆਸ। ਪਾਠ ਅਭਿਆਸ ਦੇ ਵਿੱਚ ਪਹਿਲਾ ਜੋ ਭਾਗ ਹੈ ਉਹ ਹੈ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਅਸੀਂ ਇਹਨਾਂ ਪ੍ਰਸ਼ਨਾਂ ਦਾ ਉੱਤਰ ਬਹੁਤ ਸੰਖੇਪ ਦੇ ਵਿੱਚ ਹੀ ਦੇਣਾ ਹੈ। ਪਹਿਲਾ ਪ੍ਰਸ਼ਨ ਹੈ, ਟੈਲੀਫੋਨ ਦੀ ਕਾਢ ਕਿਸ ਨੇ ਕੱਢੀ? ਸੋ ਇਸ ਦਾ ਉੱਤਰ ਸਾਨੂੰ ਪਾਠ ਦੇ ਵਿੱਚੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਪਾਠ ਵਿੱਚੋਂ ਲੱਭੋ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਟੈਲੀਫੋਨ ਦੀ ਕਾਢ ਗ੍ਰਾਹਮ ਬੈਲ ਨੇ ਕੱਢੀ। ਸੋ ਉੱਤਰ ਹੈ, ਟੈਲੀਫੋਨ ਦੀ ਕਾਢ ਗ੍ਰਾਹਮ ਬੈਲ ਨੇ ਕੱਢੀ। ਅਗਲਾ ਪ੍ਰਸ਼ਨ, ਗ੍ਰਾਹਮ ਬੈਲ ਦੇ ਭਰਾ ਦਾ ਕੀ ਨਾਂ ਸੀ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਆਰੰਭ ਦੇ ਵਿੱਚ ਹੀ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਹੁਣ ਵੇਖਦੇ ਹਾਂ ਕਿ ਸਹੀ ਉੱਤਰ ਕੀ ਹੈ। ਗ੍ਰਾਹਮ ਬੈਲ ਦੇ ਭਰਾ ਦਾ ਨਾਂ ਮੈਲਵਿਲ ਸੀ। ਸੋ ਗ੍ਰਾਹਮ ਬੈਲ ਦੇ ਭਰਾ ਦਾ ਨਾਂ ਕੀ ਸੀ? ਮੈਲਵਿਲ। ਅਗਲਾ ਪ੍ਰਸ਼ਨ, ਤਾਰ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਸੀ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਆਰੰਭਲੇ ਹਿੱਸੇ ਦੇ ਵਿੱਚ ਹੀ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਆਓ ਹੁਣ ਵੇਖਦੇ ਹਾਂ ਸਹੀ ਉੱਤਰ ਕੀ ਹੈ। ਤਾਰ ਪ੍ਰਣਾਲੀ ਮੌਰਿਸ ਨੇ ਸ਼ੁਰੂ ਕੀਤੀ ਸੀ। ਕਿਸ ਨੇ ਸ਼ੁਰੂ ਕੀਤੀ ਸੀ ਤਾਰ ਪ੍ਰਣਾਲੀ? ਮੌਰਿਸ ਨੇ। ਚੌਥਾ ਪ੍ਰਸ਼ਨ, ਬੈਲ ਟੈਲੀਫੋਨ ਪ੍ਰਣਾਲੀ ਦੀ ਸਥਾਪਨਾ ਕਦੋਂ ਹੋਈ? ਸੋ ਇਸ ਪ੍ਰਸ਼ਨ ਦਾ ਉੱਤਰ ਵੀ ਸਾਨੂੰ ਪਾਠ ਦੇ ਪਹਿਲੇ ਪੰਨੇ ਤੇ ਹੀ ਬਹੁਤ ਹੀ ਆਸਾਨੀ ਦੇ ਨਾਲ ਮਿਲ ਜਾਂਦਾ ਹੈ। ਇਸ ਪ੍ਰਸ਼ਨ ਦਾ ਉੱਤਰ ਉੱਥੋਂ ਲੱਭੋ। ਵੀਡੀਓ ਨੂੰ ਰੋਕ ਲਓ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਬੈਲ ਟੈਲੀਫੋਨ ਪ੍ਰਣਾਲੀ ਦੀ ਸਥਾਪਨਾ 1876 ਈਸਵੀ ਵਿੱਚ ਹੋਈ। ਸੋ ਕਦੋਂ ਹੋਈ ਬੈਲ ਟੈਲੀਫੋਨ ਪ੍ਰਣਾਲੀ ਦੀ ਸਥਾਪਨਾ? 1876 ਈਸਵੀ ਦੇ ਵਿੱਚ। ਹੁਣ ਅਗਲੇ ਹਿੱਸੇ ਵੱਲ ਵੱਧਦੇ ਹਾਂ। ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ ਭਰੋ। ਸਾਡੇ ਕੋਲ ਇਹ 5 ਵਾਕ ਹਨ, ਜਿਨ੍ਹਾਂ ਵਿੱਚ 5 ਖਾਲੀ ਸਥਾਨ ਦਿੱਤੇ ਹੋਏ ਹਨ। ਅਸੀਂ ਇਹਨਾਂ ਖਾਲੀ ਸਥਾਨ ਨੂੰ ਭਰ ਕੇ ਇਹਨਾਂ ਵਾਕਾਂ ਨੂੰ ਪੂਰਾ ਕਰਨਾ ਹੈ। ਸਾਡੇ ਕੋਲ ਥੱਲੇ 5 ਵਿਕਲਪ ਹਨ, ਜਿਨ੍ਹਾਂ ਚੋਂ ਚੁਣ ਕੇ ਅਸੀਂ ਇਹਨਾਂ ਖਾਲੀ ਸਥਾਨ ਨੂੰ ਭਰਨਾ ਹੈ। ਪਹਿਲਾ ਵਾਕ ਹੈ, ਉਸਨੇ ਖੇਡਾਂ ਖੇਡਾਂ ਵਿੱਚ ਹੀ ਇੱਕ ਅਜਿਹਾ ਖਾਲੀ ਸਥਾਨ ਹੈ ਡੱਬਾ ਜਿਹਾ ਬਣਾ ਲਿਆ। ਦੂਜਾ ਪਹਿਲਾ ਖਾਲੀ ਸਥਾਨ ਹੈ, ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ। ਤੀਜਾ ਵਾਕ, 3 ਮਾਰਚ 1876 ਨੂੰ ਇਸ ਦੀ ਪਹਿਲੀ ਖਾਲੀ ਸਥਾਨ ਹੈ ਫਿਰ ਕੀਤੀ ਗਈ। ਚੌਥਾ ਵਾਕ, ਅੱਜ ਟੈਲੀਫੋਨ ਰਾਹੀਂ ਸਾਰਾ ਖਾਲੀ ਸਥਾਨ ਹੈ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਪੰਜਵਾਂ ਵਾਕ ਹੈ, ਉਸ ਦਾ ਘਰ ਸੰਸਾਰ ਦੇ ਫਿਰ ਖਾਲੀ ਸਥਾਨ ਹੈ ਦਾ ਵਿਸ਼ਰਾਮ ਘਰ ਬਣਿਆ ਰਿਹਾ। ਸੋ ਇਹ 5 ਵਾਕ ਹਨ। ਸਾਡੇ ਕੋਲ 5 ਵਿਕਲਪ ਹਨ, ਗ੍ਰਾਹਮ ਬੈਲ, ਵਿਗਿਆਨੀਆਂ, ਸੰਸਾਰ, ਪ੍ਰਦਰਸ਼ਨੀ, ਖੋਪਰੀਨੁਮਾ। ਸੋ ਤੁਸੀਂ ਪਾਠ ਦੇ ਆਧਾਰ ਤੇ ਇਹਨਾਂ ਖਾਲੀ ਸਥਾਨ ਨੂੰ ਭਰਨਾ ਹੈ। ਪਾਠ ਨੂੰ ਇੱਕ ਵਾਰ ਦੁਬਾਰਾ ਪੜ੍ਹੋ, ਸਮਝੋ, ਫਿਰ ਇਹਨਾਂ ਖਾਲੀ ਸਥਾਨ ਨੂੰ ਭਰਨ ਦੀ ਕੋਸ਼ਿਸ਼ ਕਰੋ। ਆਪਣੀ ਕਾਪੀਆਂ ਦੇ ਵਿੱਚ ਨੋਟ ਕਰ ਲਓ। ਹੁਣ ਆਪਣੇ ਉੱਤਰ ਵੀਡੀਓ ਦੇ ਨਾਲ ਮਿਲਾਓ। ਉਸਨੇ ਖੇਡਾਂ ਖੇਡਾਂ ਵਿੱਚ ਹੀ ਇੱਕ ਅਜਿਹਾ ਖੋਪਰੀਨੁਮਾ ਸ਼ਬਦ ਆਏਗਾ, ਖੋਪਰੀਨੁਮਾ ਡੱਬਾ ਜਿਹਾ ਬਣਾ ਲਿਆ। ਫਿਰ ਇੱਥੇ ਖਾਲੀ ਸਥਾਨ ਹੈ।
ਗ੍ਰਾਹਮ ਬੈਲ। ਗ੍ਰਾਹਮ ਬੈਲ ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ। 2 ਵਾਕ ਪੂਰੇ ਹੋ ਗਏ। 3 ਮਾਰਚ 1876 ਨੂੰ ਇਸ ਦੀ ਪਹਿਲੀ ਪ੍ਰਦਰਸ਼ਨੀ ਸ਼ਬਦ ਆਏਗਾ, ਪ੍ਰਦਰਸ਼ਨੀ ਕੀਤੀ ਗਈ। ਅੱਜ ਟੈਲੀਫੋਨ ਰਾਹੀਂ ਸਾਰਾ ਸੰਸਾਰ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। 5ਵਾਂ ਵਾਕ, ਉਸ ਦਾ ਘਰ ਸੰਸਾਰ ਦੇ ਵਿਗਿਆਨੀਆਂ ਸ਼ਬਦ ਆਏਗਾ, ਵਿਗਿਆਨੀਆਂ ਦਾ ਵਿਸ਼ਰਾਮ ਘਰ ਬਣਿਆ ਰਿਹਾ। ਸੋ ਇਹ 5 ਵਿਕਲਪ ਭਰਨ ਨਾਲ ਸਾਡੇ ਇਹ 5 ਵਾਕ ਪੂਰੇ ਹੋ ਗਏ। ਅਗਲੇ ਹਿੱਸੇ ਵੱਲ ਵੱਧਦੇ ਹਾਂ। ਵਾਕਾਂ ਵਿੱਚ ਵਰਤੋ। ਸਾਡੇ ਕੋਲ 7 ਸ਼ਬਦ ਹਨ: ਮੌਲਿਕ, ਉਦਮੀ, ਸੁਭਾਵਿਕ, ਦਰਸ਼ਨੀ, ਦੰਦ ਕਥਾ, ਸੰਪਰਕ, ਟੈਲੀਫੋਨ। ਸੋ ਤੁਸੀਂ ਇਹਨਾਂ ਸ਼ਬਦਾਂ ਨੂੰ ਵਰਤ ਕੇ ਵਾਕ ਬਣਾਉਣੇ ਹਨ। ਇਹ ਜ਼ਰੂਰੀ ਨਹੀਂ ਕਿ ਜੋ ਵਾਕ ਵੀਡੀਓ ਦੇ ਵਿੱਚ ਬਣਾਏ ਗਏ ਹਨ ਉਹੀ ਸਹੀ ਹਨ। ਇਹ ਸਿਰਫ ਤੁਹਾਨੂੰ ਸੇਧ ਦੇਣ ਲਈ ਹਨ। ਤੁਸੀਂ ਇਸ ਤਰ੍ਹਾਂ ਦੇ ਹੋਰ ਵਾਕ ਬਣਾਉਣੇ ਹਨ। ਵਾਕ ਬਣਾਉਂਦੇ ਹੋਏ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸ਼ਬਦ ਦਾ ਜੋ ਅਰਥ ਹੈ ਉਹ ਵਾਕ ਦੇ ਵਿੱਚ ਸਪਸ਼ਟ ਹੋਵੇ, ਤਾਂ ਹੀ ਤੁਹਾਡਾ ਵਾਕ ਸਹੀ ਬਣੇਗਾ। ਸੋ ਤੁਸੀਂ ਪਹਿਲਾਂ ਵਾਕ ਬਣਾਉਣ ਦੀ ਕੋਸ਼ਿਸ਼ ਕਰੋ। ਹੁਣ ਵੇਖਦੇ ਹਾਂ ਕਿ ਕਿਹੜੇ-ਕਿਹੜੇ ਵਾਕ ਬਣ ਸਕਦੇ ਹਨ। ਪਹਿਲਾ ਹੈ ਮੌਲਿਕ। ਸੰਵਿਧਾਨ ਵਿੱਚ ਸਾਨੂੰ ਬਹੁਤ ਸਾਰੇ ਮੌਲਿਕ ਅਧਿਕਾਰ ਮਿਲੇ ਹੋਏ ਹਨ। ਦੂਜਾ ਸ਼ਬਦ ਹੈ ਉਦਮੀ। ਗ੍ਰਾਹਮ ਬੈਲ ਉਦਮੀ ਵਿਚਾਰਾਂ ਵਾਲਾ ਵਿਅਕਤੀ ਸੀ। ਤੀਜਾ ਸ਼ਬਦ ਸੁਭਾਵਿਕ। ਇਹਦਾ ਵਾਕ ਬਣ ਸਕਦਾ ਹੈ, ਗ੍ਰਾਹਮ ਬੈਲ ਵਿੱਚ ਕਾਢਾਂ ਕੱਢਣ ਦੀ ਸੁਭਾਵਿਕ ਰੁਚੀ ਸੀ। ਇੱਥੇ ਪਹਿਲਾਂ ਗਲਤ ਪੜ੍ਹਿਆ ਗਿਆ ਸੀ ਕਿਉਂਕਿ ਇੱਥੇ ਟਾਈਪ ਗਲਤ ਹੋ ਗਿਆ ਸੀ। ਪ੍ਰਦਰਸ਼ਨੀ ਸ਼ਬਦ ਹੈ, ਦਰਸ਼ਨੀ ਨਹੀਂ ਹੈ। ਸੋ ਇਹਦਾ ਅਸੀਂ ਵਾਕ ਬਣਾਉਂਦੇ ਹਾਂ ਕਿ ਪ੍ਰਦਰਸ਼ਨੀ ਦਾ ਵਾਕ ਕੀ ਬਣੇਗਾ। ਚੌਥੀ ਸਲਾਈਡ ਤੇ ਚੱਲਦੇ ਹਾਂ। ਪ੍ਰਦਰਸ਼ਨੀ 3 ਮਾਰਚ 1876 ਨੂੰ ਟੈਲੀਫੋਨ ਦੀ ਪਹਿਲੀ ਪ੍ਰਦਰਸ਼ਨੀ ਕੀਤੀ ਗਈ। ਸੋ ਇਹ ਚੌਥਾ ਵਾਕ ਹੈ। ਪੰਜਵਾਂ ਹੈ ਦੰਦ ਕਥਾ। ਟੈਲੀਫੋਨ ਦੀ ਪਹਿਲੀ ਪ੍ਰਦਰਸ਼ਨੀ ਵਿੱਚ ਵਾਪਰੀ ਘਟਨਾ ਅਮਰੀਕੀ ਲੋਕਾਂ ਵਿੱਚ ਦੰਦ ਕਥਾ ਬਣ ਗਈ। ਇਹ ਪੰਜਵਾਂ ਵਾਕ ਹੈ। ਹੁਣ 6ਵੇਂ ਵਾਕ ਵੱਲ ਚੱਲਦੇ ਹਾਂ। 6ਵਾਂ ਹੈ ਸੰਪਰਕ। ਟੈਲੀਫੋਨ ਰਾਹੀਂ ਆਸਾਨੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। 7ਵਾਂ ਹੈ ਟੈਲੀਫੋਨ। ਅੱਜ ਟੈਲੀਫੋਨ ਰਾਹੀਂ ਸਾਰਾ ਸੰਸਾਰ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਸੋ ਇਹ ਹੈ ਵਾਕਾਂ ਵਿੱਚ ਵਰਤੋ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਸਾਡੇ ਕੋਲ ਇਹ ਸ਼ਬਦ ਹਨ, 5 ਸ਼ਬਦ ਹਨ ਪੰਜਾਬੀ ਦੇ ਵਿੱਚ ਲਿਖੇ ਹੋਏ। ਅਸੀਂ ਇਹਨਾਂ ਦੇ ਹਿੰਦੀ ਰੂਪ ਤੇ ਅੰਗਰੇਜ਼ੀ ਰੂਪ ਲਿਖਣੇ ਹਨ। ਪਹਿਲਾ ਹੈ ਭਰਾ, ਵਿਗਿਆਨਕ, ਵਿਸ਼ਵਾਸ, ਵਿਦਿਆਰਥੀ, ਪ੍ਰਯੋਗ। ਸੋ ਤੁਸੀਂ ਇਹਨਾਂ ਦੇ ਹਿੰਦੀ ਅਤੇ ਅੰਗਰੇਜ਼ੀ ਰੂਪ ਆਪ ਲਿਖਣ ਦੀ ਕੋਸ਼ਿਸ਼ ਕਰੋ ਕਿ ਕਿਹੜੇ-ਕਿਹੜੇ ਹੋ ਸਕਦੇ ਹਨ। ਹੁਣ ਆਪਣੇ ਉੱਤਰ ਨੂੰ ਵੀਡੀਓ ਦੇ ਨਾਲ ਮਿਲਾਓ। ਭਰਾ ਦਾ ਹਿੰਦੀ ਰੂਪ ਹੈ ਭਾਈ, ਅੰਗਰੇਜ਼ੀ ਦੇ ਵਿੱਚ ਬ੍ਰਦਰ, ਪੰਜਾਬੀ 'ਚ ਵਿਗਿਆਨਕ, ਹਿੰਦੀ ਰੂਪ ਹੈ ਵਿਗਿਆਨਕ, ਅੰਗਰੇਜ਼ੀ ਰੂਪ ਹੈ ਸਾਇੰਟਿਸਟ। ਪੰਜਾਬੀ ਦੇ ਵਿੱਚ ਵਿਸ਼ਵਾਸ, ਹਿੰਦੀ ਦੇ ਵਿੱਚ ਵਿਸ਼ਵਾਸ, ਅੰਗਰੇਜ਼ੀ ਦੇ ਵਿੱਚ ਫੇਥ। ਪੰਜਾਬੀ ਦੇ ਵਿੱਚ ਵਿਦਿਆਰਥੀ, ਹਿੰਦੀ ਦੇ ਵਿੱਚ ਵਿਦਿਆਰਥੀ, ਅੰਗਰੇਜ਼ੀ ਦੇ ਵਿੱਚ ਸਟੂਡੈਂਟ। ਪੰਜਾਬੀ ਦੇ ਵਿੱਚ ਪ੍ਰਯੋਗ, ਹਿੰਦੀ ਦੇ ਵਿੱਚ ਪ੍ਰਯੋਗ, ਅੰਗਰੇਜ਼ੀ ਦੇ ਵਿੱਚ ਐਕਸਪੈਰੀਮੈਂਟ। ਸੋ ਇਹ ਨੇ ਪੰਜਾਬੀ ਸ਼ਬਦਾਂ ਦੇ ਹਿੰਦੀ ਅਤੇ ਅੰਗਰੇਜ਼ੀ ਰੂਪ। ਹੁਣ ਅਗਲੇ ਭਾਗ ਵੱਲ ਵੱਧਦੇ ਹਾਂ। ਸਹੀ ਵਿਕਲਪ ਚੁਣੋ। ਵਿਆਕਰਨ ਨਾਲ ਸੰਬੰਧਿਤ ਇਹ ਹਿੱਸਾ ਹੈ। ਸੋ ਤੁਸੀਂ ਸਹੀ ਵਿਕਲਪ ਚੁਣਨੇ ਹਨ ਤਾਂ ਕਿ ਉੱਪਰ ਜੋ ਪ੍ਰਸ਼ਨ ਦਿੱਤਾ ਹੈ ਉਸਦਾ ਸਹੀ ਉੱਤਰ ਸਾਨੂੰ ਮਿਲੇ। ਪਹਿਲਾ ਪ੍ਰਸ਼ਨ ਹੈ, ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸ਼ਬਦ ਪੜਨਾਂਵ ਹੈ। ਅਸੀਂ ਇੱਥੇ ਦੇਖਣਾ ਹੈ ਕਿ ਕਿਹੜਾ ਸ਼ਬਦ ਪੜਨਾਂਵ ਹੈ। ਪਹਿਲਾ ਸਾਡੇ ਕੋਲ ਵਿਕਲਪ ਹੈ ਗ੍ਰਾਹਮ ਬੈਲ, ਦੂਜਾ ਹੈ ਉਹ, ਤੀਜਾ ਹੈ ਵਾਟਸਨ, ਚੌਥਾ ਹੈ ਮੈਲਵਿਲ। ਅਸੀਂ ਇਹਨਾਂ ਦੇ ਵਿੱਚੋਂ ਦੇਖਣਾ ਹੈ ਕਿ ਕਿਹੜਾ ਸ਼ਬਦ ਪੜਨਾਂਵ ਹੈ। ਦੂਜਾ ਪ੍ਰਸ਼ਨ ਹੈ ਸ਼ੁੱਧ ਸ਼ਬਦ ਕਿਹੜਾ ਹੈ। ਸਾਡੇ ਕੋਲ 4 ਵਿਕਲਪ ਹਨ, ਤੀਲੀਆਂ, ਤਲੀਆਂ, ਤੀਲੀਆਂ,
ਤਲਿਆਂ। ਚੌਥਾ ਪ੍ਰਸ਼ਨ ਹੈ ਕਿਰਿਆ ਸ਼ਬਦ ਚੁਣੋ। 4 ਵਿਕਲਪ ਨੇ, ਪਹਿਲਾ ਤੁਹਾਡਾ, ਦੂਜਾ ਦੰਦ ਕਥਾ, ਤੀਜਾ ਖੇਡਿਆ, ਚੌਥਾ ਪ੍ਰਦਰਸ਼ਨੀ। ਚੌਥਾ ਪ੍ਰਸ਼ਨ ਹੈ ਨਾਮ ਸ਼ਬਦ ਕਿਹੜਾ ਹੈ। ਇਹਨਾਂ 'ਚੋਂ ਅਸੀਂ ਨਾਮ ਸ਼ਬਦ ਚੁਣਨਾ ਹੈ। ਪਹਿਲਾ ਵਿਕਲਪ ਹੈ ਲੁਕਿਆ, ਉਹ, ਸਥਾਪਨਾ ਅਤੇ ਗ੍ਰਾਹਮ ਬੈਲ। ਸੋ ਤੁਸੀਂ ਇਹਨਾਂ 4 ਪ੍ਰਸ਼ਨਾਂ 'ਚੋਂ ਸਹੀ ਵਿਕਲਪ ਪਹਿਲਾਂ ਆਪ ਚੁਣੋ। ਵੀਡੀਓ ਨੂੰ ਰੋਕ ਲਓ, ਚੁਣ ਕੇ ਆਪਣੀ ਕਾਪੀਆਂ ਦੇ ਵਿੱਚ ਨੋਟ ਕਰੋ। ਹੁਣ ਵੇਖਦੇ ਹਾਂ ਕਿ ਸਹੀ ਉੱਤਰ ਕਿਹੜੇ ਹਨ। ਪਹਿਲਾ, ਹੇਠ ਲਿਖੇ ਸ਼ਬਦਾਂ ਵਿੱਚ ਕਿਹੜਾ ਸ਼ਬਦ ਪੜ੍ਹਨਾਂਵ ਹੈ। ਪੜ੍ਹਨਾਂਵ ਸ਼ਬਦ ਹੈ ਉਹ। ਸ਼ੁੱਧ ਸ਼ਬਦ ਕਿਹੜਾ ਹੈ। ਸ਼ੁੱਧ ਸ਼ਬਦ ਹੈ ਇਹ ਵਾਲਾ ਤੀਜਾ ਵਿਕਲਪ, ਤੀਲੀਆਂ। ਕਿਰਿਆ ਸ਼ਬਦ ਚੁਣੋ। ਕਿਰਿਆ ਸ਼ਬਦ ਹੈ ਖੇਡਿਆ। ਗਿਆ ਨਾਮ ਸ਼ਬਦ ਕਿਹੜਾ ਹੈ। ਨਾਮ ਸ਼ਬਦ ਹੈ ਗ੍ਰਾਹਮ ਬੈਲ। ਗ੍ਰਾਹਮ ਬੈਲ ਸ਼ਬਦ ਨਾਮ ਸ਼ਬਦ ਹੈ। ਸੋ ਇਹ ਸੀ ਪਾਠ ਟੈਲੀਫੋਨ, ਜਿਸ ਨੂੰ ਅਸੀਂ ਪੜ੍ਹਿਆ, ਸਮਝਿਆ ਅਤੇ ਇਸ ਦੇ ਪਾਠ ਅਭਿਆਸ ਨੂੰ ਹੱਲ ਕੀਤਾ। ਤੁਸੀਂ ਵੀਡੀਓ ਨੂੰ ਵੇਖ ਕੇ ਇਸ ਨੂੰ ਸਮਝੋ, ਪਾਠ ਅਭਿਆਸ ਨੂੰ ਆਪਣੀਆਂ ਕਾਪੀਆਂ ਦੇ ਵਿੱਚ ਨੋਟ ਕਰੋ। ਬਹੁਤ ਬਹੁਤ ਧੰਨਵਾਦ।